ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਦੀ ਬੇਅੰਤ ਅਤਿਅੰਤ ਕਿਰਪਾਲਤਾ ਦੇ ਸਦਕਾ ਆਪ ਸਰਬੱਤ ਸੰਗਤਾਂ ਦਿਨ ਦੇ ਚੌਥੇ ਪਹਿਰ ਦੇ ਦੀਵਾਨਾਂ ਵਿੱਚ ਸੱਜ ਬੈਠੇ ਹੋ। ਜਿਸ ਤਰ੍ਹਾਂ ਅੱਜ ਧੰਨ ਧੰਨ ਭਗਤ ਰਵਿਦਾਸ ਜੀਆਂ ਦਾ ਜਨਮ ਉਤਸਵ ਹੈ, ਜਿਸ ਤਰ੍ਹਾਂ ਖਾਲਸਾ ਜੀ ਭਗਤ ਜੀਆਂ ਦੇ ਗੁਰਬਾਣੀ ਵਿੱਚ ਬਚਨ ਆਉਂਦੇ ਹਨ, ਤੁਮ ਚੰਦਨ ਹਮ ਅਰਿੰਡ ਬਾਪਰੇ, ਸੰਗ ਤੁਮਾਰੇ ਬਾਸਾ, ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ, ਮਾਧੋ ਸਤ ਸੰਗਤ ਸਰਣ ਤੁਮਾਰੀ, ਹਮ ਔਗਣ ਤੁਮ ਉਪਕਾਰੀ, ਰਹਾਉ ਤੁਮ ਮਖਤੂਲ ਸੁਪੇਦ ਸਪੀਲ, ਹਮ ਬਪਰੇ ਜਸ ਕੀਰਾ, ਸਤ ਸੰਗਤ ਮਿਲ ਰਹੀਐ ਮਾਧੋ, ਜੈਸੇ ਮਧੁਪ ਮਖੀਰਾ, ਜਾਤੀ ਓਛਾ ਪਾਤੀ ਓਛਾ, ओछा जन्म हमारा, राजा राम की सेव ना कीनी, कह रविदास चमारा। भगत रविदास जी फरमा रहे हैं, जिस तरह जाति होछा, हे अकाल पुरख वाहिगुरु जी, मेरी तां जाति भी नीवी है, क्योंकि चमियार जाति विच जिस तरह जुतियां गंढिया करदे सन भगत जी, ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਜੀ, ਜਾਤੀ ਹੋਛਾ ਪਾਤੀ ਓਛਾ, ਭਾਵ ਜਿਹੜੀ ਪੰਗਤੀ ਹੈ ਸਰੈਣੀ, ਜਿਹੜੇ ਮੇਰੇ ਰਿਸ਼ਤੇਦਾਰ ਹਨ ਜਾਂ ਜਿਨ੍ਹਾਂ ਦੇ ਮੈਂ ਨਾਲ ਰਹਿਣਾ ਹਾਂ ਮਹਾਰਾਜ ਜੀ, ਉਹ ਵੀ ਨੀਵੀਂ ਜਾਤੀ ਦੇ ਹਨ, ਮੇਰਾ ਕੋਈ ਚੰਗਾ ਰਹਿਣ ਸਹਿਣ ਵੀ ਨਹੀਂ ਹੈਗਾ। ਤੇ ਭਗਤ ਜੀ ਕਹਿੰਦੇ ਹਨ ਓਛਾ ਜਨਮ ਹਮਾਰਾ, ਭਗਤ ਜੀ ਕਹਿੰਦੇ ਹਨ ਓਛਾ ਜਨਮ। ਇਹ ਭਗਤ ਜੀ ਇਸ ਕਰਕੇ ਕਹਿ ਰਹੇ ਹਨ ਕਿਉਂਕਿ ਜਿਸ ਸਮੇਂ ਭਗਤ ਜੀਆਂ ਦਾ ਜਨਮ ਹੋਇਆ ਸੀ, ਉਸ ਸਮੇਂ ਕਹਿੰਦੇ ਹਨ ਕਿ ਸੂਰਿਆ ਗ੍ਰਹਿ ਲੱਗਾ ਹੋਇਆ ਸੀ। ਜੇ ਅੱਜ ਵੀ ਦੇਖਿਆ ਜਾਵੇ, ਜਿਹੜੇ ਬੱਚੇ ਸੂਰਿਆ ਗ੍ਰਹਿ ਜਿੱਦਣ ਲੱਗਾ ਹੁੰਦਾ ਹੈ, ਜਿੱਦਣ ਜਨਮ ਹੁੰਦਾ ਹੈ, ਦਿਮਾਗੀ ਤੌਰ ਤੇ ਉਹ ਥੋੜੇ ਬਰੋਬਰ ਨਹੀਂ ਹੁੰਦੇ ਅਤੇ ਜਾਂ ਉਹਨਾਂ ਦੇ ਅੰਗ ਪ੍ਰੰਗਾਂ ਵਿੱਚ ਫਰਕ ਹੁੰਦਾ ਹੈ। ਭਗਤ ਜੀ ਕਹਿੰਦੇ ਹਨ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਓਛਾ ਜਨਮ ਹਮਾਰਾ, ਮੇਰਾ ਤਾਂ ਜਨਮ ਵੀ ਚੰਗੇ ਸਮੇਂ ਦਾ ਨਹੀਂ ਹੈਗਾ। ਰਾਜਾ ਰਾਮ ਕੀ ਸੇਵ ਨਾ ਕੀਨੀ, ਕਹਿ ਰਵਿਦਾਸ ਚਮਾਰਾ। ਮਹਾਰਾਜ ਜੀ, ਜਿਹੜੀ ਮੇਰੀ ਨੀਵੀਂ ਜਾਤੀ ਹੋਣ ਕਰਕੇ ਤੁਹਾਡੀ ਸੇਵਾ ਨਹੀਂ ਮੈਂ ਕਰ ਪਾਉਂਦਾ ਮਹਾਰਾਜ ਜੀ, ਅਰਦਾਸ ਹੈ ਤੁਹਾਡੇ ਅੱਗੇ, ਹਜੂਰ ਮੈਨੂੰ ਆਪਣੀ ਸੇਵਾ ਬਖਸ਼ੋ। ਜਿਸ ਸਮੇਂ ਖਾਲਸਾ ਜੀ ਭਗਤ ਜੀਆਂ ਦਾ ਨਿਸ਼ਚਾ ਦੇਖਿਆ, ਭਗਤ ਜੀਆਂ ਦਾ ਜਨਮ ਬਨਾਰਸ ਦੀ ਧਰਤੀ ਤੇ ਹੋਇਆ, ਕਾਂਚੀ ਵਿਖੇ, ਅਤੇ ਖਾਲਸਾ ਜੀ ਉਸ ਸਮੇਂ ਜੋ ਇਹ ਸੀ ਕਿ ਜਾਤੀਵਾਦੀ ਦਾ ਬਹੁਤ ਉਸ ਸਮੇਂ ਸੰਸਾਰ ਦੇ ਵਿੱਚ ਫੈਲਿਆ ਹੋਇਆ ਸੀ ਕਿ ਨੀਵੀਂ ਜਾਤੀ ਵਾਲਾ ਨਾ ਹੀ ਕੋਈ ਦਰਸ਼ਨ ਕਰ ਸਕਦਾ ਹੈ ਗ੍ਰੰਥਾਂ ਦੇ, ਤੇ ਨਾ ਹੀ ਕੋਈ ਵਿਦਿਆ ਪੜ੍ਹ ਸਕਦਾ ਹੈ। ਅਤੇ ਖਾਲਸਾ ਜੀ ਜਿਸ ਤਰ੍ਹਾਂ ਭਗਵਾਨ ਆਉਂਦੇ ਹਨ ਭਗਤ ਜੀਆਂ ਦੇ ਘਰ, ਜਿਸ ਸਮੇਂ ਖਾਲਸਾ ਜੀ ਭਗਤ ਜੀਆਂ ਦੀ ਪਰਖ ਲੈਣ ਵਾਸਤੇ ਭਗਵਾਨ ਕੀ ਦੇਖਦੇ ਹਨ ਕਿ ਇੱਕ ਰਾਤ ਭਗਤ ਜੀਆਂ ਦੇ ਘਰੇ ਰਹਿੰਦੇ ਹਨ, ਤੇ ਫਿਰ ਭਗਤ ਜੀਆਂ ਨੂੰ ਜਦੋਂ ਤੁਰਨ ਲੱਗਦੇ ਹਨ, ਇੱਕ ਪਾਰਸ ਦੀ ਵੱਟੀ ਹੁੰਦੀ ਹੈ ਭਗਵਾਨ ਜੀਆਂ ਕੋਲ। ਉਹ ਪਾਰਸ ਇੱਕ ਐਸੀ ਧਾਤ ਹੈ, ਜੇ ਲੋਹੇ ਨੂੰ ਸੁਹਾਈਏ ਤਾਂ ਖਾਲਸਾ ਜੀ ਉਹ ਵੀ ਸੋਨਾ ਬਣ ਜਾਂਦਾ ਹੈ। ਜਿਸ ਤਰ੍ਹਾਂ ਇਤਿਹਾਸ ਵਿੱਚ ਬੇਅੰਤ ਜ਼ਿਕਰ ਆਉਂਦੇ ਹਨ, ਬਾਜਾਂ ਵਾਲੇ ਪਿਤਾ ਜੀਆਂ ਪਾਸ ਵੀ ਇੱਕ ਪਾਰਸ ਲੈ ਕੇ ਆਇਆ ਸੀ ਸਿੰਘ, ਕਹਿੰਦਾ ਸੀ ਮਹਾਰਾਜ ਜੀ ਆਪਾਂ ਕਿਲੇ ਵਿੱਚੋਂ ਸੋਨਾ ਬਣਾ ਬਣਾ ਕੇ ਬਾਹਰ ਭੇਜਾਂਗੇ, ਜਿੰਨਾ ਮਰਜ਼ੀ ਆਪਾਂ ਅੰਦਰ ਖਾਣਾ ਲੈ ਆਈਏ। ਤਾਂ ਹਜੂਰ ਨੇ ਉਹ ਪੱਥਰ ਖਾਲਸਾ ਜੀ ਖੂਹ ਵਿੱਚ ਸੁੱਟ ਦਿੱਤਾ ਸੀ। ਸਿੰਘ ਨੇ ਮਨ ਵਿੱਚ ਸ਼ੰਕਾ ਕੀਤਾ ਕਿ ਸ਼ਾਇਦ ਹਜੂਰ ਨੂੰ ਇਹਦੀ ਕੀਮਤ ਦਾ ਨਾ ਪਤਾ ਹੋਵੇ ਕਿ ਇਹ ਪਾਰਸ ਸੀ, ਪਰ ਜਿਸ ਸਮੇਂ ਹਜੂਰ ਨੇ ਹੱਥ ਸੁੱਚੇ ਕੀਤੇ ਜਲ ਨਾਲ, ਜਿੰਨਾ ਜਲ ਧਰਤੀ ਤੇ ਡੁੱਲਦਾ ਗਿਆ ਬਾਜਾਂ ਵਾਲੇ ਪਿਤਾ ਜੀਆਂ ਦੇ ਕਰ ਕਮਲਾਂ ਨੂੰ ਛੋਹਦਾ ਹੋਇਆ, ਸਾਰਾ ਧਰਤੀ ਹੀ ਸੋਨੇ ਦੀ ਹੋ ਗਈ। ਉਸਨੇ ਜਾਣ ਲਿਆ ਕਿ ਗੁਰ ਪਾਰਸ ਹਮ ਲੋ, ਗੁਰੂ ਜੀ ਤਾਂ ਪਾਰਸ ਹਨ
ਅਸੀਂ ਸਾਡੇ ਹਿਰਦੇ ਲੋਹੇ ਵਰਗੇ ਹਨ। ਜੇ ਗੁਰੂ ਜੀ ਕਿਤੇ ਛੋਹ ਜਾਣ ਤੇ ਸੋਨਾ ਹੀ ਬਣਾ ਦੇਣ। ਐਸੇ ਭਗਤ ਜੀਆਂ ਦੇ ਪਾਸ ਜਦੋਂ ਭਗਵਾਨ ਜੀ ਪਰਖ ਕਰਨ ਵਾਸਤੇ ਆਏ ਤਾਂ ਭਗਤ ਜੀਆਂ ਦੀ ਦਾਤਰੀ ਦੇ ਨਾਲ ਉਹ ਪਾਰਸ ਲਾ ਕੇ ਸੋਨਾ ਬਣਾ ਦਿੱਤਾ ਅਤੇ ਭਗਤ ਜੀ ਨੂੰ ਦਿਖਾ ਕੇ ਕਿਹਾ, ਲੈ ਤੂੰ ਆ ਰੱਖ ਲਾ, ਤੂੰ ਮੇਰੀ ਬੜੀ ਸੇਵਾ ਕੀਤੀ ਹੈ। ਤੇ ਖਾਲਸਾ ਜੀ ਭਗਤ ਜੀਆਂ ਨੇ ਕਿਹਾ, ਮੇਰਾ ਇੱਕ ਹੀ ਕੰਮ ਹੈ, ਮੇਰੇ ਹਿਰਦੇ ਵਿੱਚ ਨਾਮ ਵਸਿਆ ਹੋਇਆ ਹੈ, ਮੈਨੂੰ ਦੁਨਿਆਵੀ ਧਨ ਦੀ ਲੋੜ ਨਹੀਂ। ਇਹਦਾ ਤਾਂ ਡਰ ਹੋਵੇਗਾ ਕਿ ਇਹ ਚੋਰੀ ਹੋ ਸਕਦਾ ਹੈ। ਤੇ ਭਗਵਾਨ ਨੇ ਕਿਹਾ ਕਿ ਇਹ ਅਮਾਨਤ ਵਜੋਂ ਰੱਖ ਲਾ, ਚੱਲ 13 ਮਹੀਨਿਆਂ ਬਾਅਦ ਤੇਰੇ ਤੋਂ ਆ ਕੇ ਲੈ ਜਾਵਾਂਗਾ। ਜਿਸ ਸਮੇਂ ਭਗਵਾਨ ਜੀ ਵਾਪਸ ਆਏ 13 ਮਹੀਨਿਆਂ ਬਾਅਦ, ਕੀ ਦੇਖਦੇ ਹਨ, ਜਿਸ ਜਗ੍ਹਾ ਤੇ ਪਾਰਸ ਦੀ ਵੱਟੀ ਭਗਤ ਜੀਆਂ ਨੇ ਰੱਖੀ ਸੀ ਉੱਥੇ ਹੀ ਪਈ ਹੋਈ ਹੈ। ਭਗਤ ਜੀਆਂ ਨੇ ਫੁਰਨਾ ਵੀ ਨਹੀਂ ਉਠਾਇਆ ਕਿ ਘਰੇ ਪਾਰਸ ਪਿਆ ਹੈ। ਫਿਰ ਖਾਲਸਾ ਜੀ ਥੋੜੇ ਸਮੇਂ ਬਾਅਦ ਜਿਸ ਚਟਾਈ ਤੇ ਭਗਤ ਜੀ ਭਗਵਾਨ ਨੂੰ ਪੂਜਿਆ ਕਰਦੇ ਸਨ ਉਸ ਦੇ ਥੱਲੇ 5 ਮੋਹਰਾਂ ਭਗਵਾਨ ਰੱਖ ਗਏ। ਜਿਸ ਸਮੇਂ ਦੇਖਿਆ ਭਗਤ ਜੀਆਂ ਨੇ ਉਹ 5 ਮੋਹਰਾਂ, ਫਿਰ ਭਗਵਾਨ ਸੁਪਨੇ ਵਿੱਚ ਆਏ। ਕੀ ਕਹਿੰਦੇ ਹਨ ਭਗਤ ਜੀਆਂ ਨੂੰ? ਕਹਿੰਦੇ ਹਨ, ਸੰਸਾਰ ਦੇ ਲੋਕ ਕਹਿੰਦੇ ਹਨ ਕਿ ਭਗਤ ਭੁੱਖਾ ਮਰਦਾ ਹੈ। ਦੇਖ ਮੈਂ ਇਹ ਜਰ ਨਹੀਂ ਸਕਦਾ, ਕਿਉਂਕਿ ਖਾਲਸਾ ਜੀ ਜਿਹੜੇ ਰੱਬ ਨੂੰ ਪਿਆਰ ਕਰਦੇ ਹੋਣ, ਰੱਬ ਵੀ ਸੇਵਕ ਕੋ ਨਿਕਟੀ ਹੋਏ ਦਿਖਾਏ। ਭਾਵ ਸੇਵਕ ਨੂੰ ਤਾਂ ਆਪਣੇ ਸਾਹ ਤੋਂ ਵੀ ਨੇੜੇ ਹੋ ਕੇ ਭਗਵਾਨ ਵਰਤਦਾ ਦਿਖਦਾ ਹੈ। ਕਹਿੰਦੇ ਹਨ, ਭਗਵਾਨ ਕਹਿੰਦੇ ਹਨ ਸੁਪਨੇ 'ਚ ਆ ਕੇ, ਲੋਕ ਕਹਿੰਦੇ ਹਨ ਭਗਤ ਭੁੱਖਾ ਮਰਦਾ ਹੈ, ਲੈ ਤੂੰ ਇਹ 5 ਮੋਹਰਾਂ ਦਾ ਲੰਗਰ ਲਾਇਆ ਕਰ, ਜੇ ਆਉਂਦੇ ਜਾਂਦੇ ਸਾਧੂਆਂ ਨੂੰ ਛਕਾਇਆ ਕਰ। ਇਸੇ ਤਰ੍ਹਾਂ ਖਾਲਸਾ ਜੀ ਭਗਤ ਜੀਆਂ ਦੇ ਬੇਅੰਤ ਬਚਨ ਆਉਂਦੇ ਹਨ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਭਗਤ ਭਗਤ ਜਗ ਵੱਜਿਆ, ਚੌਹ ਚੱਕਾਂ ਵਿੱਚ ਚਮਰੇਟਾ। ਭਾਵ ਕਿ ਜਿਸ ਨੂੰ ਨੀਵੀਂ ਜਾਤੀ ਦਾ ਕਿਹਾ ਜਾਂਦਾ ਸੀ, ਜਿਸ ਦਾ ਪਰਛਾਵਾਂ ਪੈਣ ਤੋਂ ਵੀ ਭਾਵ ਬ੍ਰਾਹਮਣ ਇਹ ਵੱਡੀ ਜਾਤੀਆਂ ਵਾਲੇ ਡਰਦੇ ਸਨ, ਤੇ ਅਕਾਲ ਪੁਰਖ ਵਾਹਿਗੁਰੂ ਨੇ ਐਸਾ ਜਸ ਕਰਾਇਆ ਕਿ ਚੌਹਾਂ ਕੁੰਟਾਂ ਦੇ ਵਿੱਚ ਜੈ ਜੈਕਾਰ ਦਾ ਭਗਤ ਜੀਆਂ ਦਾ ਡੰਕਾ ਖੜਕ ਗਿਆ। ਜਿਸ ਤਰ੍ਹਾਂ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ, ਪਾਣਾ ਗੰਢੇ ਰਾਹ ਵਿੱਚ ਕੁਲਾ ਧਰਮ ਟੋਏ ਢੋਰ ਸਮੇਟਾ, ਕਿ ਪਾਣ ਜੋੜਿਆਂ ਨੂੰ ਕਹਿੰਦੇ ਹਨ। ਜਿਸ ਤਰ੍ਹਾਂ ਰਸਤਿਆਂ ਦੇ ਵਿੱਚ ਭਗਤ ਜੀ ਜੋੜੇ ਗੰਢਿਆ ਕਰਦੇ ਸਨ ਤੇ ਆਪਣੇ ਭਾਵ ਚਮੜੇ ਦਾ ਜਿਸ ਤਰ੍ਹਾਂ ਕੰਮ ਕਰਿਆ ਕਰਦੇ ਸਨ, ਇਸੇ ਤਰ੍ਹਾਂ ਇੱਕ ਦਿਨ ਕੀ ਹੋਇਆ, ਸਾਧੂਆਂ ਦੀ ਮੰਡਲੀ ਜੋ ਗੰਗਾ ਦੇ ਇਸ਼ਨਾਨ ਕਰਨ ਵਾਸਤੇ ਜਾ ਰਹੀ ਸੀ, ਅਭੀਜ ਦਾ ਪੁਰਬ ਲੱਗਾ ਸੀ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਨਹਾਵਣ ਆਇਆ ਸੰਗ ਮਿਲ ਬਾਨਾਰਸ ਕਰ ਗੰਗਾ ਥੇਟਾ। ਭਾਵ ਜਿਸ ਤਰ੍ਹਾਂ ਇੱਕ ਸਾਧੂ, ਜਿਸ ਤਰ੍ਹਾਂ ਮੰਡਲੀ ਆ ਰਹੀ ਸੀ ਗੰਗਾ ਦਾ ਇਸ਼ਨਾਨ ਕਰਨ ਵਾਸਤੇ, ਉਹਨਾਂ ਵਿੱਚੋਂ ਇੱਕ ਸਾਧੂ ਦੇ ਜਿਹੜੇ ਪੈਰ ਦੀ ਜੋੜਾ ਸੀ ਉਹ ਟੁੱਟ ਜਾਂਦਾ ਹੈ। ਤੋ ਕੀ ਦੇਖਦਾ ਹੈ, ਭਗਤ ਰਵਿਦਾਸ ਜੀਆਂ ਪਾਸ ਜਦੋਂ ਆਉਂਦਾ ਹੈ ਕਿ ਮੈਂ ਇਹਦੇ ਤੋਂ ਆਪਣਾ ਜੋੜਾ ਗੰਢਾ ਲੈਣਾ ਹਾਂ, ਉਹ 10 ਫੁੱਟ ਦੂਰ ਰਹਿ ਕੇ ਕਹਿੰਦਾ ਹੈ ਭਗਤ ਜੀਆਂ ਨੂੰ ਕਿ ਰਵਿਦਾਸ ਜੀਆਂ ਦਾ ਕਹਿੰਦਾ ਹੈ ਤੁਸੀਂ ਮੇਰਾ ਜੋੜਾ ਗੰਢ ਦੇਵੋ। ਤਾਂ ਉਸ ਸਮੇਂ ਖਾਲਸਾ ਜੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਕਿ ਭਗਤ ਜੀ ਉਸ ਦਾ ਜੋੜਾ ਗੰਢ ਦਿੰਦੇ ਹਨ। ਤਾਂ ਭਗਤ ਜੀਆਂ ਨੂੰ ਜਦੋਂ ਮਾਇਆ ਬਾਰੇ ਪੁੱਛਦਾ ਹੈ, ਭਗਤ ਜੀ ਕਹਿ ਦਿੰਦੇ ਹਨ, ਨਹੀਂ ਨਹੀਂ, ਤੁਸੀਂ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਵਾਲੀ ਮੂਰਤ ਲੱਗਦੇ ਹੋ, ਤੁਹਾਡੇ ਤੋਂ ਮੈਂ ਪੈਸੇ ਨਹੀਂ ਲੈਣੇ। ਪਰ ਮੈਨੂੰ ਜਿਸ ਤਰ੍ਹਾਂ ਗੱਲਾਂ ਤੋਂ ਪਤਾ ਲੱਗਾ ਹੈ ਤੁਸੀਂ ਗੰਗਾ ਜੀ ਵੱਲ ਜਾ ਰਹੇ ਹੋ, ਤਾਂ ਐਦਾਂ ਕਰਿਓ ਕਿ ਆ ਮੇਰੇ ਪਾਸੋਂ ਇੱਕ ਖਾਲਸਾ ਜੀ ਕਸੀਰਾ, ਜਿਸ ਤਰ੍ਹਾਂ ਕੁਝ ਮੋਹਰ ਉਹਨਾਂ ਨੇ ਦਿੱਤੀ, ਕਹਿੰਦੇ ਹਨ ਮੇਰੇ ਵੱਲੋਂ ਇਹ ਗੰਗਾ ਜੀਆਂ ਨੂੰ ਤੁਸੀਂ ਭੇਟ ਕਰ ਦੇਣਾ। ਤਾਂ ਕਹਿੰਦੇ ਹਨ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਲਿਖਦੇ ਹਨ, ਕੱਢ ਕਸੀਰਾ ਸੌਂਪਿਆ ਰਵਿਦਾਸ ਹੈ ਗੰਗਾ ਦੀ ਭੇਟਾ। ਜਿਸ ਤਰ੍ਹਾਂ ਉਹ ਜਿਹੜੀ ਮਾਇਆ ਉਹਨੂੰ ਦਿੱਤੀ, ਭਾਵ ਉਸ ਜੋ ਬ੍ਰਾਹਮਣ ਨੂੰ, ਉਸਨੇ ਪਹਿਲਾਂ ਤਾਂ ਉੱਪਰ ਗੰਗਾ ਜਲ ਛਿੜਕਿਆ ਮਾਇਆ ਤੇ, ਫਿਰ ਆਪਣੇ ਪਾਸ ਰੱਖ ਲਈ। ਤਾਂ ਭਗਤ ਜੀਆਂ ਨੇ ਜਾਣ ਲੱਗਿਆਂ ਕਿਹਾ ਕਿ ਐਦਾਂ ਨਹੀਂ, ਤੁਸੀਂ ਗੰਗਾ 'ਚ ਜਾ ਕੇ ਇਸ ਮੇਰੀ ਮਾਇਆ ਨੂੰ ਸੱਟ ਦਿਓ, ਇਹ ਮੇਰੀ ਹੱਡ ਪਸੀਨੇ ਦੀ ਕਮਾਈ ਹੈ। ਗੰਗਾ ਨੂੰ ਕਹਿਓ ਭਗਤ ਰਵਿਦਾਸ ਜੀ ਨੇ ਤੁਹਾਡੀ ਭੇਟਾ ਭੇਜੀ ਹੈ, ਹੱਥ ਕੱਢ ਕੇ ਜੇ ਗੰਗਾ ਪ੍ਰਵਾਨ ਕਰੇਗੀ ਤਾਂ ਮੈਨੂੰ ਮਾਇਆ ਦਿਓ ਗੰਗਾ ਵਿੱਚ, ਨਹੀਂ ਤਾਂ ਭਲਾ ਵਾਪਸ ਹੀ ਲੈ ਆਇਓ। ਉਸ ਤਰ੍ਹਾਂ ਖਾਲਸਾ ਜੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਲੱਗਾ ਪੁਰਬ ਅਭੀਚ ਦਾ ਡਿੱਠਾ ਚਲਤ ਅਸ਼ਚਰਜ ਅਮੇਟਾ। ਭਾਵ ਜਿਸ ਤਰ੍ਹਾਂ ਬ੍ਰਾਹਮਣ ਉਹ ਜਾਂਦਾ ਹੈ, ਜਾ ਕੇ ਗੰਗਾ ਵਿੱਚ ਪਹਿਲਾਂ ਆਪਣਾ ਇਸ਼ਨਾਨ ਪਾਨ ਕਰਦਾ ਹੈ, ਲੋਕ ਬ੍ਰਾਹਮਣ ਦੇ ਮਨ ਵਿੱਚ ਫੁਰਨਾ ਉੱਠਦਾ ਹੈ, ਇੰਨੇ ਰਾਜੇ ਜਿਹੜੇ ਸੋਨਾ ਆਦਿਕ ਗੰਗਾ ਵਿੱਚ ਭੇਟ ਕਰਦੇ ਹਨ, ਅੱਜ ਤੱਕ ਗੰਗਾ ਨੇ ਕਿਸੇ ਦਾ ਹੱਥ ਕੱਢ ਕੇ ਨਹੀਂ ਲਿਆ।
ਇਹ ਗਰੀਬ ਦਾ ਕਿੱਥੋਂ ਲਵੇਗੀ ਗੰਗਾ। ਪਰ ਫਿਰ ਵੀ ਜਿਸ ਸਮੇਂ ਖਾਲਸਾ ਜੀ ਭਗਤ ਜੀਆਂ ਨੇ ਉਹਦੇ ਜੋੜੇ ਗੰਢੇ ਤੇ ਮਾਇਆ ਵੀ ਨਾ ਲਈ ਤਾਂ ਉਹਨੇ ਸੋਚਿਆ ਕਿ ਮੈਂ ਕੀ ਜਾਂਦਾ ਹੈ ਭੇਟ ਕਰ ਦਿੰਦਾ ਹਾਂ। ਜਿਸ ਸਮੇਂ ਉਸਨੇ ਆਪਣੀ ਸਾਰੀ ਦਾਨ ਪੁੰਨ ਕੀਤਾ, ਲੋਕ ਫੁੱਲ ਚੜਾ ਰਹੇ ਹਨ ਗੰਗਾ ਜੀ ਤੇ, ਫੁੱਲ ਉੱਪਰ ਤੈਰਦੇ ਹਨ। ਜਿਸ ਸਮੇਂ ਉਸਨੇ ਜਾ ਕੇ ਅਰਦਾਸ ਕੀਤੀ ਕਿ ਹੇ ਗੰਗਾ ਮਈਆ, ਭਗਤ ਰਵਿਦਾਸ ਜੀ ਨੇ ਤੇਰੀ ਭੇਟਾ ਭੇਜੀ ਹੈ ਤੇ ਸਵੀਕਾਰ ਕਰ। ਉਸ ਤਰ੍ਹਾਂ ਖਾਲਸਾ ਜੀ ਜਿਸ ਤਰ੍ਹਾਂ ਗੰਗਾ ਜੀ ਦਾ ਇੱਕ ਹੱਥ ਜਿਸ ਤਰ੍ਹਾਂ ਬਣ ਕੇ ਬਾਹਰ ਆਉਂਦਾ ਹੈ ਤਾਂ ਭੇਟਾ ਸਵੀਕਾਰ ਕਰਦਾ ਹੈ ਭਗਤ ਜੀਆਂ ਦੀ। ਬ੍ਰਾਹਮਣ ਹੈਰਾਨ ਰਹਿ ਜਾਂਦਾ ਹੈ। ਫਿਰ ਥੋੜੇ ਸਮੇਂ ਬਾਅਦ ਫਿਰ ਹੱਥ ਬਾਹਰ ਆਉਂਦਾ ਹੈ। ਇੱਕ ਬੜਾ ਹੀ ਸੁੰਦਰ ਜੋ ਕੰਗਣ ਸੀ ਉਹ ਗੰਗਾ ਜੀ ਭਗਤ ਰਵਿਦਾਸ ਜੀ ਵਾਸਤੇ ਭੇਜਦੀ ਹੈ। ਤਾਂ ਖਾਲਸਾ ਜੀ ਜਿਸ ਸਮੇਂ ਬ੍ਰਾਹਮਣ ਵਾਪਸ ਆ ਰਿਹਾ ਹੁੰਦਾ ਹੈ ਤਾਂ ਜ਼ਿਕਰ ਆਉਂਦਾ ਹੈ ਜਿਸ ਤਰ੍ਹਾਂ ਉਸ ਸਮੇਂ ਖਾਲਸਾ ਜੀ ਭਗਤ ਜੀਆਂ ਦੇ ਜੈ ਜੈਕਾਰ ਦਾ ਡੰਕਾ ਇਲਾਕੇ ਵਿੱਚ ਫਿਸਰ ਜਾਂਦਾ ਹੈ। ਜਿੱਧਰ ਨੂੰ ਵੀ ਦੇਖੀਏ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਜ਼ਿਕਰ ਕਰ ਰਹੇ ਹਨ ਕਿ ਭਗਤ ਭਗਤ ਜਗ ਵੱਜਿਆ, ਚੌਹ ਚੱਕਾਂ ਵਿੱਚ ਚਮਰੇਟਾ, ਭਾਵ ਕਿ ਚਾਰੇ ਦਿਸ਼ਾਵਾਂ ਵਿੱਚ ਹੀ ਭਗਤ ਜੀਆਂ ਦਾ ਜਸ ਫੈਲ ਗਿਆ। ਜਿਸ ਸਮੇਂ ਖਾਲਸਾ ਜੀ ਉਹ ਜਿਹੜਾ ਬ੍ਰਾਹਮਣ ਸੀ ਕੰਗਣ ਦੇਖ ਕੇ ਖਾਲਸਾ ਜੀ ਉਸ ਦੇ ਮਨ ਵਿੱਚ ਜਿਸ ਤਰ੍ਹਾਂ ਕਹਿੰਦੇ ਹਨ ਲੋਭ ਨੇ ਅੰਦਰੋਂ ਛਾਲਾਂ ਮਾਰੀਆਂ। ਉਸਨੇ ਕੰਗਣ ਭਗਤ ਜੀਆਂ ਨੂੰ ਨਾ ਦਿੱਤਾ, ਆਪਣੇ ਘਰੇ ਲੈ ਗਿਆ। ਜਿਸ ਸਮੇਂ ਖਾਲਸਾ ਜੀ ਉਸ ਦੇ ਘਰ ਵਿੱਚ ਗਰੀਬੀ ਇੰਨੀ ਆ ਗਈ, ਅਖੀਰ ਨੂੰ ਉਸਨੇ ਵੇਖਿਆ ਕਿ ਹੁਣ ਕੰਗਣ ਵੇਚਣਾ ਪਵੇਗਾ। ਜਿਸ ਸਮੇਂ ਕੰਗਣ ਵੇਚਣ ਗਿਆ ਤਾਂ ਕੀ ਦੇਖਦਾ ਹੈ ਕਿ ਜਿੱਥੋਂ ਵੇਚਣ ਜਾਂਦਾ ਹੈ ਉਹ ਦੇਖਦਾ ਹੈ ਐਸੇ ਗਰੀਬ ਪਾਸ ਇੰਨਾ ਅਮੀਰ ਸੋਹਣਾ ਕੰਗਣ ਕਿਵੇਂ ਆਇਆ। ਉਹ ਜਾ ਕੇ ਸ਼ਿਕਾਇਤ ਲਾ ਦਿੰਦਾ ਹੈ ਰਾਜਿਆਂ ਨੂੰ। ਤਾਂ ਉਸ ਸਮੇਂ ਪਤਾ ਲੱਗਦਾ ਹੈ ਗੱਲਬਾਤ ਤੋਂ ਕਿ ਭਗਤ ਰਵਿਦਾਸ ਜੀਆਂ ਦੇ ਪਾਸ ਇਹ ਗੰਗਾ ਜੀਆਂ ਨੇ ਭੇਟਾ ਕੀਤਾ ਸੀ। ਤਾਂ ਜਿਸ ਸਮੇਂ ਭਗਤ ਰਵਿਦਾਸ ਜੀਆਂ ਪਾਸ ਜਾਂਦੇ ਹਨ ਤਾਂ ਜਿਸ ਸਮੇਂ ਭਗਤ ਰਵਿਦਾਸ ਜੀਆਂ ਨੂੰ ਪੁੱਛਦੇ ਹਨ ਤਾਂ ਉਹਦੇ ਨਾਲ ਦਾ ਹੀ ਉਹੋ ਜਿਹਾ ਹੀ ਕੰਗਣਾ ਭਗਤ ਰਵਿਦਾਸ ਜੀ ਆਪਣੀ ਜਿੱਥੋਂ ਜੁੱਤੀਆਂ ਗੰਢਦੇ ਸੀ ਉਹਦੇ ਥੱਲੇ ਹੀ ਕਹਿੰਦੇ ਹਨ ਗੰਗਾ ਵਗਦੀ ਸੀ, ਚੱਕ ਕੇ ਇੱਕ ਹੋਰ ਕੱਢ ਕੇ ਦੇ ਦਿੱਤਾ ਉਸ ਬ੍ਰਾਹਮਣ ਨੂੰ। ਇਸ ਤਰ੍ਹਾਂ ਖਾਲਸਾ ਜੀ ਭਗਤ ਜੀਆਂ ਦਾ ਭਾਰੀ ਜਸ ਫੈਲਿਆ। ਜਿਸ ਸਮੇਂ ਬਹੁਤਾ ਜਸ ਫੈਲ ਗਿਆ, ਜਿਸ ਤਰ੍ਹਾਂ ਭਗਤ ਜੀਆਂ ਦੇ ਗੁਰਬਾਣੀ ਵਿੱਚ ਜ਼ਿਕਰ ਆਉਂਦੇ ਹਨ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ, ਹੇ ਨਗਰ ਦੇ ਲੋਕੋ ਮੇਰੀ ਭਾਵੇਂ ਜਾਤ ਚਮਾਰਦੀ ਸੀ, ਭਾਵ ਮੇਰੀ ਨੀਵੀਂ ਜਾਤ ਸੀ। ਰਿਦਾ ਰਾਮ ਗੋਬਿੰਦ ਗੁਣ ਸਾਰੰ, ਪਰ ਮੇਰੇ ਹਿਰਦੇ ਦੇ ਵਿੱਚ ਜਿਸ ਤਰ੍ਹਾਂ ਗੋਬਿੰਦ ਦਾ ਨਾਮ ਵਸ ਗਿਆ ਹੈ ਅਤੇ ਖਾਲਸਾ ਜੀ ਕਹਿੰਦੇ ਹਨ ਉਹ ਸਾਰ ਰੂਪ ਹੈ। ਜਿਸ ਤਰ੍ਹਾਂ ਭਗਤ ਜੀ ਅੱਗੇ ਐਗਜ਼ਾਮਪਲਾਂ ਦੇ ਕੇ ਸਮਝਾਉਂਦੇ ਹਨ, ਚਾਹੇ ਗੰਗਾ ਦਾ ਜਲ ਹੋਵੇ, ਜੇ ਉਸ ਦੀ ਵੀ ਸ਼ਰਾਬ ਬਣਾ ਲਿੱਤੀ ਜਾਵੇ, ਸੰਤ ਜਨ ਕਰਤ ਨਹੀਂ ਪਾਨੰ, ਸੰਤ ਜਨ ਉਹ ਸ਼ਰਾਬ ਨਹੀਂ ਪੀਆ ਕਰਦੇ। ਭਾਵ ਭਗਤ ਜੀ ਜਿਸ ਤਰ੍ਹਾਂ ਉਪਦੇਸ਼ ਦੇਣ ਲੱਗ ਗਏ ਸੀ ਲੋਕਾਂ ਨੂੰ ਮੁਕਤੀ ਦਾ ਕਿ ਭਾਵੇਂ ਤੁਹਾਡੀ ਜਾਤ ਉੱਚੀ ਹੈ ਬ੍ਰਾਹਮਣੋ, ਪਰ ਜੇ ਤੁਹਾਡੇ ਵਿੱਚ ਅਹੰਕਾਰ ਦੀ ਸ਼ਰਾਬ ਹੈ, ਇਹ ਮਹਾਰਾਜ ਜੀਆਂ ਦਾ ਨਾਮ ਹੀ ਗਰਭ ਪ੍ਰਹਾਰੀ ਹੈ। ਭਾਵ ਹੰਕਾਰ ਨੂੰ ਅਕਾਲ ਪੁਰਖ ਵਾਹਿਗੁਰੂ ਭੰਨ ਦਿੰਦਾ ਹੈ। ਪਰ ਫਿਰ ਕਹਿੰਦੇ ਹਨ ਜੇ ਚਿੱਕੜ ਵੀ ਹੋਵੇ, ਭਾਵ ਗੰਦਾ ਪਾਣੀ ਵੀ ਹੋਵੇ, ਗੰਗਾ ਵਿੱਚ ਬਣ ਕੇ ਜਿਸ ਸਮੇਂ ਗੰਗਾ ਦੇ ਜਲ ਨਾਲ ਰਲਦਾ ਹੈ ਉਹ ਗੰਗਾ ਦਾ ਹੀ ਰੂਪ ਹੋ ਜਾਂਦਾ ਹੈ। ਭਗਤ ਜੀਆਂ ਦੇ ਕਹਿਣ ਤੋਂ ਭਾਵ ਸੀ ਮੇਰੀ ਜਾਤ ਕਮੀਨੀ ਸੀ, ਭਾਵ ਛੋਟੀ ਜਾਤ ਸੀ, ਪਰ ਫਿਰ ਵੀ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸ ਗਿਆ। ਇਸ ਕਰਕੇ ਮੇਰੇ ਵਰਗੇ ਨੀਵਿਆਂ ਨੂੰ ਵੀ ਹਜੂਰ ਨੇ ਉੱਚਾ ਕਰ ਦਿੱਤਾ। ਇਸੇ ਤਰ੍ਹਾਂ ਜਿਸ ਤਰ੍ਹਾਂ ਕਹਿੰਦੇ ਹਨ ਤਾਰ ਦਾ ਜਿਹੜਾ ਪੱਤਰਾ ਹੁੰਦਾ ਹੈ ਉਹ ਹੁੰਦਾ ਤਾਂ ਕਿਸੇ ਕੰਮ ਦਾ ਨਹੀਂ, ਪਰ ਜੇ ਉਹਦੇ ਤੇ ਹਰੀ ਦਾ ਨਾਮ ਲਿਖ ਦਿੱਤਾ ਜਾਵੇ ਤਾਂ ਉਹ ਪੂਜਣ ਯੋਗ ਹੋ ਜਾਂਦਾ ਹੈ। ਕਹਿੰਦੇ ਹਨ ਇਹ ਸਰੀਰ ਕਿਸੇ ਕੰਮ ਦੇ ਨਹੀਂ ਹਨ, ਪਰ ਜੇ ਭਾਵੇਂ ਜਾਤ ਨੀਵੀਂ ਹੈ ਪਰ ਫਿਰ ਵੀ ਜੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਿਖਿਆ ਹੈ ਤਾਂ ਖਾਲਸਾ ਜੀ ਕਹਿੰਦੇ ਹਨ ਉਹ ਉੱਚਾ ਹੋ ਜਾਂਦਾ ਹੈ। ਜਿਸ ਸਮੇਂ ਬ੍ਰਾਹਮਣਾਂ ਨੇ ਇਹ ਸੁਣਿਆ ਕਿ ਭਗਤ ਜੀਆਂ ਦੀ ਪੂਜਾ ਹੋਣ ਲੱਗ ਗਈ ਹੈ ਬਨਾਰਸ ਵਿੱਚ, ਬ੍ਰਾਹਮਣਾਂ ਤੋਂ ਸਿਆ ਨਾ ਗਿਆ ਪੰਡਤਾਂ ਤੋਂ, ਉਹਨਾਂ ਨੇ ਜਿਸ ਤਰ੍ਹਾਂ ਮਨੂ ਸਿਮਰਤੀ ਦਾ ਲੈ ਕੇ ਸਾਰਾ ਕਨਸੈਪਟ, ਜਿਸ ਤਰ੍ਹਾਂ ਉਸ ਨਗਰ ਦੇ ਜਾ ਕੇ ਜਿਸ ਤਰ੍ਹਾਂ ਖਾਲਸਾ ਜੀ ਜੋ ਉਥੋਂ ਦਾ ਮੇਨ ਉਥੋਂ ਦਾ ਜਿਹੜਾ ਰਾਜਾ ਸੀ ਉਸ ਪਾਸ ਜਾ ਕੇ ਆਖਿਆ ਕਿ ਇਹ ਤਾਂ ਸੰਸਾਰ ਵਿੱਚ ਕਲਯੁਗ ਫੈਲ ਗਿਆ ਹੈ ਕਿ ਜਿਹੜੇ ਨੀਵੀਂ ਜਾਤੀ ਦੇ ਲੋਕ ਹਨ ਭਗਤ ਰਵਿਦਾਸ ਜੀ ਵੱਲ ਇਸ਼ਾਰਾ ਕਰਕੇ ਕਹਿੰਦੇ ਹਨ ਉਹਨਾਂ ਨੂੰ ਤਾਂ ਵਿਦਿਆ ਪੜ੍ਹਨ ਦਾ ਅਧਿਕਾਰ ਵੀ ਨਹੀਂ ਹੈ, ਪਰ ਉਹ ਲੋਕਾਂ ਨੂੰ ਮੁਕਤੀ ਦੇ ਉਪਦੇਸ਼ ਦੱਸ ਰਹੇ ਹਨ।
ਇਸ ਤਰ੍ਹਾਂ ਤਾਂ ਅਨਰਥ ਹੋ ਜਾਵੇਗਾ, ਪਰ ਸੰਸਾਰ ਦੀ ਤਾਂ ਦਸ਼ਾ ਹੀ ਪਲਟ ਜਾਵੇਗੀ। ਜਿਸ ਤਰ੍ਹਾਂ ਐਸੇ ਬਚਨ ਕਹੇ, ਰਾਜਾ ਜਿਹੜਾ ਸੀ ਉਸਨੇ ਭਗਤ ਜੀ ਬਾਬਤ ਸੁਣਿਆ ਸੀ ਪਹਿਲਾਂ। ਜਿਸ ਤਰ੍ਹਾਂ ਖਾਲਸਾ ਜੀ ਰਾਜਾ ਕਹਿੰਦਾ ਹੈ ਮੈਂ ਭਗਤ ਜੀਆਂ ਨੂੰ ਬੁਲਾਉਣਾ ਹਾਂ, ਪਰ ਖਾਲਸਾ ਜੀ ਉਹ ਕਹਿੰਦੇ ਹਨ ਬ੍ਰਾਹਮਣ ਕਿ ਇਹਨੂੰ ਤਾਂ ਮੰਦਿਰ ਵਿੱਚ ਪੂਜਾ ਕਰਨ ਦਾ ਵੀ ਅਧਿਕਾਰ ਨਹੀਂ ਹੈ ਰਵਿਦਾਸ ਨੂੰ। ਭਾਵ ਜਿਸ ਸਮੇਂ ਖਾਲਸਾ ਜੀ ਰਾਜਾ ਦੋਵਾਂ ਨੂੰ ਬੁਲਾਉਂਦਾ ਹੈ, ਪਮਾਨਾ ਰੱਖ ਦਿੰਦਾ ਹੈ ਕਿ ਗੰਗਾ ਦੀ ਦੂਸਰੀ ਸਾਈਡ ਮੂਰਤੀਆਂ ਰੱਖ ਦਿੱਤੀਆਂ ਜਾਣਗੀਆਂ ਠਾਕੁਰਾਂ ਦੀਆਂ, ਜਿਸ ਦੇ ਬੁਲਾਏ ਭਗਵਾਨ ਆ ਜਾਣਗੇ ਉਹ ਮੰਦਿਰਾਂ ਦੇ ਵਿੱਚ ਪੂਜਾ ਕਰ ਸਕੇਗਾ। ਜਿਸ ਸਮੇਂ ਖਾਲਸਾ ਜੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਦਾਰਦ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ। ਭਗਤ ਰਵਿਦਾਸ ਜੀਆਂ ਨੂੰ ਜਿਸ ਸਮੇਂ ਖਾਲਸਾ ਜੀ ਉਸ ਸਮੇਂ ਪੰਡਤਾਂ ਨੇ ਲਲਕਾਰੇ ਮਾਰੇ, ਕਿਹਾ ਇਹ ਤਾਂ ਮਾੜੀ ਜਾਤੀ ਦਾ ਹੈ, ਭਗਵਾਨ ਤਾਂ ਸਾਡੇ ਹਨ, ਅਸੀਂ ਬ੍ਰਾਹਮਣ ਹੋਏ ਇੰਨੇ ਅਸੀਂ ਪਾਠ ਕਰਦੇ ਹਾਂ, ਭਗਵਾਨ ਸਾਡੇ ਕਿਹਾਂ ਤੇ ਨਦੀ ਪਾਰ ਕਰਕੇ ਆਉਣਗੇ। ਜਿਸ ਸਮੇਂ ਪੱਟਾਂ ਤੇ ਹੱਥ ਮਾਰਦੇ ਹੋਏ ਬ੍ਰਾਹਮਣਾਂ ਨੇ ਬੜੇ ਹੰਕਾਰ ਨਾਲ, ਜਿਸ ਤਰ੍ਹਾਂ ਖਾਲਸਾ ਜੀ ਪਹਿਲਾਂ ਵਾਰੀ ਲਈ, ਜਿਸ ਤਰ੍ਹਾਂ ਉਹਨਾਂ ਨੇ ਬੜੇ ਮੰਤਰ ਜੰਤਰ ਪੜ੍ਹੇ, ਬੜਾ ਲੰਮਾ ਸਮਾਂ ਪੜ੍ਹ ਮੰਤਰ ਥੱਕ ਗਏ, ਫਿਰ ਅਖੀਰ ਨੂੰ ਬੜੇ ਸ਼ਰਮਿੰਦੇ ਜੇ ਹੋ ਕੇ ਪਿੱਛੇ ਹੋ ਗਏ। ਫਿਰ ਜਿਸ ਸਮੇਂ ਰਾਜੇ ਨੇ ਕਿਹਾ ਕਿ ਹੇ ਭਗਤ ਜੀ ਤੁਸੀਂ ਹੁਣ ਮਹਾਰਾਜ ਜੀ ਤੁਸੀਂ ਹੁਣ ਬੁਲਾਓ ਮੂਰਤੀਆਂ ਨੂੰ ਇਧਰ ਠਾਕੁਰਾਂ ਦੀਆਂ ਨੂੰ। ਪਹਿਲਾਂ ਤਾਂ ਪੰਡਤਾਂ ਨੂੰ ਹੰਕਾਰ ਸੀ ਜੋ ਅਕਾਲ ਪੁਰਖ ਵਾਹਿਗੁਰੂ ਨੂੰ ਜਮਾ ਨਹੀਂ ਪਾਉਂਦਾ। ਇਧਰ ਭਗਤ ਜੀਆਂ ਨੇ ਜਿਸ ਤਰ੍ਹਾਂ ਅਰਦਾਸ ਕੀਤੀ, ਭਗਤ ਜੀਆਂ ਨੇ ਮੂਰਤੀਆਂ ਨੂੰ ਨਹੀਂ ਬੁਲਾਇਆ, ਭਗਤ ਜੀਆਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਹਿਰਦੇ ਵਿੱਚ ਯਾਦ ਕੀਤਾ। ਜਿਸ ਤਰ੍ਹਾਂ ਬਚਨ ਆਉਂਦੇ ਹਨ, ਦਾਰਦ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਤਾਂ ਗਰੀਬ ਹਾਂ, ਤੇਰਾ ਭਗਤ ਹਾਂ, ਮੇਰੀ ਮਾੜੀ ਜਾਤੀ ਦੇਖ ਕੇ, ਪਾਟੇ ਹੋਏ ਕੱਪੜੇ ਦੇਖ ਕੇ ਮਹਾਰਾਜ ਜੀ ਸਾਰੇ ਮੈਨੂੰ ਵੇਖ ਵੇਖ ਕੇ ਹੱਸਦੇ ਹਨ ਕਿ ਐਸੀ ਦਸ਼ਾ, ਐਸੀ ਮੇਰੀ ਹਾਲਤ ਹੋ ਗਈ ਹੈ। ਅਸ਼ਟ ਦਸ਼ਾ ਭਾਵ ਜਿਸ ਤਰ੍ਹਾਂ ਖਾਲਸਾ ਜੀ ਜਦੋਂ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕੀਤਾ, ਕੀ ਦੇਖਦੇ ਹਨ, ਸਾਰੇ ਹੈਰਾਨ ਹੋ ਗਏ ਕਿ ਮੂਰਤੀਆਂ ਭੱਜੀਆਂ ਆਉਂਦੀਆਂ ਹਨ ਭਗਤ ਜੀਆਂ ਵੱਲ। ਫਿਰ ਭਗਤ ਜੀ ਉਸੇ ਰਸ ਵਿੱਚ ਅੱਗੇ ਉਚਾਰਨ ਕਰਦੇ ਹਨ, ਅਸ਼ਟ ਦਸ਼ਾ ਸਿੱਧ ਕਰ ਤਲੈ ਸਭ ਕਿਰਪਾ ਤੁਮਾਰੀ। ਮਹਾਰਾਜ ਜੀ 18 ਸਿੱਧੀਆਂ ਇਹ ਨਿਧੀਆਂ ਮਹਾਰਾਜ ਜੀ ਤੁਸੀਂ ਮੇਰੇ ਗਰੀਬ ਦੇ ਹੱਥ ਤੇ ਧਰ ਦਿੱਤੀਆਂ। ਮਹਾਰਾਜ ਜੀ ਮੇਰੀ ਕੋਈ ਲਿਆਕਤ ਨਹੀਂ ਹੈ, ਸਭ ਤੁਹਾਡੀ ਹੀ ਕਿਰਪਾ ਹੈ। ਤੁਸੀਂ ਪ੍ਰੇਮ ਦੇਖ ਕੇ ਗੁਰਸਿੱਖਾਂ ਦੇ ਮਹਾਰਾਜ ਜੀ ਡੁੱਲ ਜਾਂਦੇ ਹੋ। ਅੱਗੇ ਕਹਿੰਦੇ ਹਨ, ਤੂੰ ਜਾਣਤ ਮੈਂ ਕਿਛ ਨਹੀਂ ਭਾਵ ਖੰਡਨ ਰਾਮ। ਮਹਾਰਾਜ ਜੀ ਤੁਸੀਂ ਤਾਂ ਜਾਣਦੇ ਹੋ ਮੈਂ ਤਾਂ ਨੀਵੀਂ ਜਾਤੀ ਦਾ ਤੁੱਛ ਜਿਹਾ ਹਾਂ। ਮਹਾਰਾਜ ਜੀ ਮੈਂ ਤਾਂ ਕੀੜੀ ਹਾਂ, ਪਰ ਮਹਾਰਾਜ ਜੀ ਤੁਸੀਂ ਜਾਣਦੇ ਹੋ ਭਾਵ ਖੰਡਨ ਰਾਮ। ਅੱਗੇ ਕਹਿੰਦੇ ਹਨ, ਸਗਲ ਜੀ ਸਰਨਾਗਤੀ ਪ੍ਰਭ ਪੂਰਨ ਕਾਮ। ਮਹਾਰਾਜ ਜੀ ਸੇਵਕਾਂ ਦੀ ਤੁਸੀਂ ਸ਼ੁਰੂ ਤੋਂ ਹੀ ਲਾਜ ਰੱਖਦੇ ਆਏ ਹੋ। ਜਿਸ ਤਰ੍ਹਾਂ ਖਾਲਸਾ ਜੀ ਮੂਰਤੀਆਂ ਭੱਜੀਆਂ ਆਈਆਂ ਇਧਰ ਨੂੰ, ਭਗਤ ਜੀਆਂ ਦੇ ਜਸ ਦਾ ਡੰਕਾ ਖੜਕ ਗਿਆ, ਤਾਂ ਉਸ ਸਮੇਂ ਜਿਹੜਾ ਰਾਜਾ ਸੀ, ਜਿਸ ਹਾਥੀ ਦੀ ਉੱਪਰ ਖਾਲਸਾ ਜੀ ਸੋਨੇ ਦਾ ਉਸਦੇ ਸਿਰ ਤੇ ਛਤਰ ਝੁੱਲ ਰਿਹਾ ਸੀ, ਚੌਰ ਸਾਹਿਬ ਹੋ ਰਿਹਾ ਸੀ, ਜਿਸ ਅੰਬਾਰੀ ਵਿੱਚ ਰਾਜਾ ਬੈਠ ਕੇ ਆਇਆ, ਉਸ ਅੰਬਾਰੀ ਵਿੱਚ ਭਗਤ ਰਵਿਦਾਸ ਜੀ ਨੂੰ ਬਿਠਾ ਦਿੱਤਾ। ਤਾਂ ਜਿਸ ਸਮੇਂ ਭਗਤ ਰਵਿਦਾਸ ਜੀ ਅੰਬਾਰੀ 'ਚ ਬੈਠੇ ਹੋਏ ਵੀ ਖਾਲਸਾ ਜੀ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਦੇ ਹੋਏ ਕਹਿੰਦੇ ਨੇ, ਐਸੀ ਲਾਲ ਤੁਝ ਬਿਨ ਕੌਣ ਕਰੇ। ਮਹਾਰਾਜ ਜੀ ਐਸਾ ਪਿਆਰ ਤੁਹਾਡੇ ਤੋਂ ਬਿਨਾ ਸਾਡੇ ਗਰੀਬਾਂ ਨਾਲ ਕੌਣ ਕਰ ਸਕਦਾ ਹੈ। ਗਰੀਬ ਨਿਵਾਜ ਗੁਸਾਈਆਂ ਮੇਰਾ ਮਾਥੈ ਛਤਰ ਧਰੇ। ਮਹਾਰਾਜ ਜੀ ਤੁਸੀਂ ਤਾਂ ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਜਿਸ ਸਮੇਂ ਮੱਥੇ ਤੇ ਸੋਨੇ ਦਾ ਛਤਰ ਝੁੱਲ ਰਿਹਾ ਸੀ, ਚੌਰ ਸਾਹਿਬ ਹੋ ਰਹੀ ਸੀ, ਕਹਿੰਦੇ ਹਨ, ਗਰੀਬ ਨਿਵਾਜ ਗੁਸਾਈਆਂ ਮੇਰਾ, ਕਿ ਅਕਾਲ ਪੁਰਖ ਵਾਹਿਗੁਰੂ ਗਰੀਬ ਨਿਵਾਜ ਹੈ। ਐਸੀ ਲਾਲ ਤੁਝ ਬਿਨ ਕੌਣ ਕਰੇ। ਮਹਾਰਾਜ ਜੀ ਐਸਾ ਪਿਆਰ ਤੁਹਾਡੇ ਤੋਂ ਸਿਵਾ ਸਾਨੂੰ ਕੌਣ ਕਰ ਸਕਦਾ ਹੈ। ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀਆਂ ਦੇ ਬਚਨ ਆਉਂਦੇ ਹਨ, ਪੰਥ ਵਸੈ ਮੈਂ ਉਜੜਾ ਮਨ ਚਾਉ ਕਨੇਰਾ, ਵਾਹ ਵਾਹ ਸੱਚੇ ਪਾਤਸ਼ਾਹ ਕਿਆ ਜੇਰਾ ਤੇਰਾ। ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀਆਂ ਦੇ ਬਚਨ ਸੀ ਕਿ ਮਹਾਰਾਜ ਜੀ ਐਸਾ ਪਿਆਰ ਤੁਹਾਡੇ ਤੋਂ ਬਿਨਾ ਸਾਨੂੰ ਕੌਣ ਕਰ ਸਕਦਾ ਹੈ। ਪਰ ਜੇ ਆਪਾਂ ਆਪਣੀ ਹਾਲਤ ਦੇਖੀਏ ਤਾਂ ਜੋ ਹਮ ਪੂਤ ਕਪੂਤ ਸਭੀ ਵਿਦ, ਸਾਰੀਆਂ ਵਿਧੀਆਂ ਕਰਕੇ ਆਪਾਂ ਕਪੂਤ ਹਾਂ,
ਮਹਾਰਾਜ ਜੀਆਂ ਦੇ ਪੁੱਤਰਾਂ ਵਾਲਾ ਇੱਕ ਵੀ ਲੱਛਣ ਨਹੀਂ ਹੈਗਾ ਜੋ ਹਜੂਰ ਨੇ ਸਾਨੂੰ ਮਹਾਨ ਸਿੱਖਿਆਵਾਂ ਸਿਖਾਈਆਂ ਹਨ। ਅੱਗੇ ਭਗਤ ਜੀ ਕਹਿ ਰਹੇ ਹਨ, ਜਾ ਕੀ ਛੋਤ ਜਗਤ ਕੋ ਲਾਗੈ ਤਾ ਪਰ ਤੁਹੀ ਢਰੈ। ਮਹਾਰਾਜ ਜੀ ਮੇਰਾ ਤਾਂ ਪਰਛਾਵਾਂ ਪੈਣ ਨਾਲ ਛੂਤ ਭਾਵ ਕਹਿੰਦੇ ਸਨ ਅਸੀਂ ਪਿੱਟੇ ਗਏ ਹਾਂ ਇਹ ਬ੍ਰਾਹਮਣ। ਮਹਾਰਾਜ ਜੀ ਉਹਨਾਂ ਤੇ ਤੁਸੀਂ ਹੀ ਢਲ ਸਕਦੇ ਹੋ, ਹੋਰ ਕੋਈ ਨਹੀਂ ਢਲ ਸਕਦਾ। ਅੱਗੇ ਜਿਸ ਤਰ੍ਹਾਂ ਕਹਿੰਦੇ ਹਨ, ਨੀਚੋਂ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਭਾਵ ਨੀਚਿਆਂ ਨੂੰ ਉੱਚਾ ਕਰਨ ਵਾਲਾ ਮੇਰਾ ਗੋਬਿੰਦ ਹੈ, ਕਿਸੇ ਤੋਂ ਵੀ ਨਹੀਂ ਡਰਦਾ। ਇਸ ਤਰ੍ਹਾਂ ਖਾਲਸਾ ਜੀ ਭਗਤ ਜੀਆਂ ਦਾ ਹੋਰ ਜਸ ਖੜਕਿਆ ਨਗਰ ਦੇ ਵਿੱਚ। ਉਸ ਤੋਂ ਅੱਗੇ ਜ਼ਿਕਰ ਆਉਂਦਾ ਹੈ, ਚਿਤੌੜਗੜ੍ਹ ਵਾਲੀ ਰਾਣੀ ਸੀ ਜੋ ਝਾਲਾ ਬਾਈ, ਜਿਸ ਸਮੇਂ ਗੰਗਾ ਤੇ ਦਾਨ ਪੁੰਨ ਕਰਨ ਆਉਂਦੀ ਹੈ। ਭਗਤ ਰਵਿਦਾਸ ਜੀਆਂ ਦਾ ਜਸ ਸੁਣਿਆ ਸੀ ਉਸਨੇ। ਭਗਤ ਰਵਿਦਾਸ ਜੀਆਂ ਦੇ ਪਾਸ ਆ ਕੇ ਜਦੋਂ ਦਾਨ ਭੇਟਾ ਕਰਨ ਲੱਗੀ, ਭਗਤ ਜੀ ਕਹਿੰਦੇ ਹਨ ਸਾਡੇ ਇਹ ਕੁਝ ਕੰਮ ਨਹੀਂ ਹੈ। ਤਾਂ ਉਸ ਸਮੇਂ ਭਗਤ ਜੀਆਂ ਦੇ ਜਿਸ ਤਰ੍ਹਾਂ ਬਚਨ ਆਉਂਦੇ ਹਨ, ਜਲ ਕੀ ਭੀਤ ਪਵਨ ਕਾ ਥੰਬਾ ਰਗਤ ਬਿੰਦ ਕਾ ਗਾਰਾ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਭਾਵ ਕਹਿੰਦੇ ਹਨ ਕਿ ਇਹ ਜਿਹੜਾ ਸਰੀਰ ਹੈ ਇਹ ਨਾਸ਼ਵੰਤ ਹੈ, ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ। ਇਹ ਸੰਸਾਰ ਤਾਂ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਪੰਛੀ ਇੱਕ ਰੁੱਖ ਤੇ ਰਹਿੰਦੇ ਹਨ ਤੇ ਸ਼ਾਮ ਨੂੰ ਉੱਡ ਜਾਂਦੇ ਹਨ, ਅਗਲੇ ਦਿਨ ਕਿਸੇ ਹੋਰ ਰੁੱਖ ਤੇ ਥੋੜੇ ਸਮੇਂ ਬਾਅਦ ਆਪਣਾ ਘਰ ਬਣਾ ਲੈਂਦੇ ਹਨ। ਸੰਸਾਰ ਦੀ ਹਾਲਤ ਰਾਣੀ ਐਸੀ ਹੈ, ਕੀ ਤੇਰਾ ਤੇ ਕੀ ਮੇਰਾ ਸਭ ਅਕਾਲ ਪੁਰਖ ਵਾਹਿਗੁਰੂ ਦਾ ਹੈ। ਰਾਣੀ ਨੂੰ ਗਿਆਨ ਹੋ ਗਿਆ ਤੇ ਰਾਣੀ ਨੇ ਭਗਤ ਰਵਿਦਾਸ ਜੀ ਨੂੰ ਆਪਣਾ ਗੁਰੂ ਧਾਰ ਲਿਆ। ਜਿਸ ਸਮੇਂ ਭਗਤ ਜੀਆਂ ਨੂੰ ਬਹੁਤਾ ਦਾਨ ਦੇ ਕੇ ਗਈ ਰਾਣੀ, ਤਾਂ ਉਸ ਸਮੇਂ ਬ੍ਰਾਹਮਣਾਂ ਨੇ ਫਿਰ ਈਰਖਾ ਕਰਕੇ ਜੋ ਰਾਣੀ ਝਾਲਾ ਬਾਈ ਸੀ, ਉਸ ਦੇ ਜੋ ਪਤੀ ਸੀ ਰਾਜਾ, ਉਸ ਨੂੰ ਜਾ ਕੇ ਕਿਹਾ ਤੇਰੀ ਰਾਣੀ ਨੇ ਤਾਂ ਦਸ਼ਾ ਹੀ ਵਿਗਾੜ ਛੱਡੀ ਹੈ। ਭਾਵ ਇੱਕ ਨੀਵੀਂ ਜਾਤੀ ਵਾਲੀ ਨੂੰ ਆਪਣਾ ਗੁਰੂ ਬਣਾ ਲਿਆ ਹੈ। ਜਿਸ ਸਮੇਂ ਖਾਲਸਾ ਜੀ ਭਗਤ ਜੀਆਂ ਨੂੰ ਰਾਜਾ ਫਿਰ ਸੱਦਦਾ ਹੈ, ਹਿਰਦੇ ਦੇ ਵਿੱਚ ਸ਼ਰਧਾ ਤਾਂ ਨਹੀਂ ਹੁੰਦੀ, ਪਰ ਫਿਰ ਵੀ ਜਿਸ ਸਮੇਂ ਆਪਣੇ ਘਰੇ ਉਸ ਭਗਤ ਰਵਿਦਾਸ ਜੀ ਤੇ ਬ੍ਰਾਹਮਣਾਂ ਨੂੰ ਸੱਦਦਾ ਹੈ, ਤਾਂ ਜਿਸ ਤਰ੍ਹਾਂ ਖਾਲਸਾ ਜੀ ਭੋਜਨ ਤਿਆਰ ਕੀਤਾ ਜਾਂਦਾ ਹੈ, ਜਿਸ ਸਮੇਂ ਭੋਜਨ ਛਕਣ ਲੱਗਦੇ ਹਨ, ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਜਿਸ ਸਮੇਂ ਬ੍ਰਾਹਮਣ ਉੱਠ ਜਾਂਦੇ ਹਨ ਕਿ ਅਸੀਂ ਇਸ ਨੀਵੀਂ ਜਾਤੀ ਵਾਲੇ ਨਾਲ ਭੋਜਨ ਨਹੀਂ ਛਕ ਸਕਦੇ, ਉਸ ਸਮੇਂ ਖਾਲਸਾ ਜੀ ਜ਼ਿਕਰ ਆਉਂਦਾ ਹੈ, ਭਗਤ ਜੀ ਆਪ ਹੀ ਉੱਠ ਕੇ ਚਲੇ ਜਾਂਦੇ ਹਨ। ਕਹਿੰਦੇ ਹਨ ਤੁਸੀਂ ਇਹਨਾਂ ਨੂੰ ਭੋਜਨ ਛਕਾਵੋ, ਅਸੀਂ ਕਿਤੇ ਹੋਰ ਪਿੱਛੇ ਬਹਿ ਕੇ ਛਕ ਲੈਨੇ ਹਾਂ। ਜਿਸ ਸਮੇਂ ਖਾਲਸਾ ਜੀ ਭੋਜਨ ਛਕਣ ਲੱਗਦੇ ਹਨ, ਬ੍ਰਾਹਮਣ ਕੀ ਦੇਖਦੇ ਹਨ, ਹਰੇਕ ਦੇ ਨਾਲ ਹੀ ਭਗਤ ਰਵਿਦਾਸ ਜੀ ਬੈਠੇ ਭੋਜਨ ਛਕ ਰਹੇ ਹੁੰਦੇ ਹਨ। ਜਿਸ ਸਮੇਂ ਰਾਜੇ ਨੂੰ ਜਾ ਕੇ ਦੱਸਦੇ ਹਨ, ਤਾਂ ਉਸ ਸਮੇਂ ਰਾਜਾ ਕਹਿੰਦਾ ਹੈ ਭਗਵਾਨ ਦਾ ਹੀ ਕੋਈ ਕ੍ਰਿਸ਼ਮਾ ਹੈ, ਤੁਸੀਂ ਹੁਣ ਭਗਤ ਜੀਆਂ ਤੋਂ ਮਾਫੀ ਮੰਗੋ। ਐਸੀ ਭਗਤਾਂ ਨਾਲ ਕਾਲ ਪੁਰਖ ਵਾਹਿਗੁਰੂ ਪ੍ਰੀਤ ਕਰਦੇ ਹਨ। ਭਗਤ ਰਵਿਦਾਸ ਜੀਆਂ ਦਾ ਅੱਜ ਖਾਲਸਾ ਜੀ ਜਨਮ ਦਿਹਾੜਾ ਹੈ, ਜਿਨ੍ਹਾਂ ਦੀ ਐਸੀ ਗੁਰਬਾਣੀ 15 ਰਾਗਾਂ ਦੇ ਵਿੱਚ ਹੈ। ਕੁੱਲ ਭਗਤ ਜੀਆਂ ਦੇ 40 ਸ਼ਬਦ ਹਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ। ਜਿੱਥੇ ਆਪਾਂ ਖਾਲਸਾ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੂੰ ਮੱਥਾ ਟੇਕਦੇ ਹਾਂ, ਉੱਥੇ ਹੀ ਭਗਤ ਰਵਿਦਾਸ ਜੀਆਂ ਨੂੰ ਵੀ ਮੱਥਾ ਟੇਕਿਆ ਜਾਂਦਾ ਹੈ। ਐਸੀ ਖਾਲਸਾ ਜੀ ਹਜੂਰ ਗਰੀਬ ਨਿਵਾਜ ਹਨ। ਜੇ ਕੋਈ ਮਾਣ ਕਰਕੇ ਹਜੂਰ ਦੇ ਪਾਸ ਆਉਂਦਾ ਹੈ, ਹਜੂਰ ਦਾ ਤਾਂ ਨਾਮ ਹੀ ਗਰਭ ਪ੍ਰਹਾਰੀ ਕਿਹਾ ਜਾਂਦਾ ਹੈ ਕਿ ਹੰਕਾਰ ਨੂੰ ਤਾਂ ਅਕਾਲ ਪੁਰਖ ਵਾਹਿਗੁਰੂ ਭੰਨ ਦਿੰਦਾ ਹੈ। ਪਰ ਜੇ ਕੋਈ ਗਰੀਬ ਹੋ ਕੇ ਹਜੂਰ ਦੇ ਅੱਗੇ ਢਹਿ ਪੈਂਦਾ ਹੈ, ਤਾਂ ਨੀਚੋਂ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਭਾਵ ਅਕਾਲ ਪੁਰਖ ਵਾਹਿਗੁਰੂ ਉਹਦੀ ਰੱਖਿਆ ਕਰਦੇ ਹਨ। ਤਾਂ ਖਾਲਸਾ ਜੀ ਐਸੇ ਧੰਨ ਭਗਤ ਰਵਿਦਾਸ ਜੀਆਂ ਦਾ ਅੱਜ ਜਨਮ ਦਿਹਾੜਾ ਹੈ। ਸਰਬੱਤ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ।